स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने राजीव भास्कर। भास्कर साहब जी आया। शुक्रिया रंधावा जी। भास्कर साहब, पंजाब सरकार ਨੂੰ ਮਾਣਯੋਗ ਉੱਚ ਅਦਾਲਤ ਵਿੱਚ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਮੇਤ ਸਿੰਘ ਸੈਣੀ ਮਾਮਲੇ ਦੇ ਵਿੱਚ ਸਿੱਧਿਓ ਸਿੱਧੀ ਰਾਹਤ ਸੈਣੀ ਨੂੰ ਮਿਲਦੀ ਹੈ ਔਰ ਨਾਲ ਹੀ ਫਟਕਾਰ ਲਾਈ ਜਾਂਦੀ ਹੈ ਸਰਕਾਰ ਤੇ ਵਿਜੀਲੈਂਸ ਨੂੰ ਕਿ ਜਿਹੜਾ ਵਿਅਕਤੀ ਤਫਤੀਸ਼ ਵਿੱਚ ਸ਼ਾਮਲ ਹੋਣ ਲਈ, ਜਾਂਚ ਵਿੱਚ ਸ਼ਾਮਲ ਹੋਣ ਲਈ ਆਉਂਦਾ ਹੈ, ਉਹਦੀ ਗ੍ਰਿਫਤਾਰੀ ਕਿਉਂ? ਇਹ ਬਹੁਤ ਵੱਡਾ ਸਵਾਲ ਆ ਸਾਡੇ ਸਿਸਟਮ ਤੇ ਵਿਵਸਥਾ ਤੇ ਕਿ ਜਦੋਂ ਸਮੇਤ ਸਿੰਘ ਸੈਣੀ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ ਸੀ ਔਰ ਉਸ ਤੋਂ ਹਾਈ ਕੋਰਟ ਵੱਲੋਂ ਰਾਹਤ ਮਿਲਣ ਦੇ ਦਰਮਿਆਨ ਚ ਲਗਭਗ ਹਫ਼ਤੇ ਦਾ ਸਮਾਂ ਸੀਗਾ। ਹਫ਼ਤੇ ਦੇ ਸਮੇਂ ਦੇ ਵਿੱਚ ਉਹ ਕਿਹੜੇ ਕਾਰਨ ਸੀ ਕਿ ਸਮੇਤ ਸਿੰਘ ਸੈਣੀ ਤੱਕ ਪੰਜਾਬ ਪੁਲਿਸ ਦੀ ਰਸਾਈ ਨਾ ਹੋ ਸਕੀ? ਜਦੋਂ ਤੱਕ ਅਦਾਲਤ ਸੈਣੀ ਨੂੰ ਰਾਹਤ ਦਿੰਦੀ ਹੈ ਉਦੋਂ ਤੱਕ ਦਿਖਾਵਾ ਮਾਤਰ ਰੇਡ ਹੁੰਦੀ ਰਹੀ, ਲੇਕਿਨ ਸਿਰੇ ਕੁਝ ਨਹੀਂ ਲੱਗਿਆ। ਇਨ ਦਾ ਮੇਨ ਟਾਈਮ ਸੈਣੀ ਰਾਹਤ ਹਾਸਲ ਕਰਨ 'ਚ ਕਾਮਯਾਬ ਹੋ ਜਾਂਦੇ ਆ। ਉਹੀ ਰਾਹਤ ਉਹਨਾਂ ਨੂੰ ਅੱਗੇ ਜਿਹੜੇ ਪਿਛਲੇ ਕਈ ਕੇਸ ਸੀ ਉਹਨਾਂ 'ਚ ਮਿਲਦੀ ਰਹੀ ਆ। ਉਹ ਅਦਾਲਤਾਂ ਦਾ ਹੱਕ ਹਕੂਕ ਆ, ਇੱਕ ਆਮ ਵਿਅਕਤੀ ਦਾ ਜਾਂ ਜਿੱਤੇ ਦੋਸ਼ ਲੱਗਿਆ ਉਹਦਾ ਵੀ ਹਕੂਕ ਹੈ ਕਿ ਉਹਨੂੰ ਹੱਕ ਨੇ ਕਿ ਉਹ ਜਿੱਥੇ ਮਰਜ਼ੀ ਅਦਾਲਤਾਂ 'ਚ ਜਾ ਕੇ ਆਪਣੀ ਗੱਲ ਰੱਖੇ। ਸੋ ਬਹੁਤ ਅਹਿਮ ਸਵਾਲ ਆ ਕਿ ਵੱਡੇ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨਸ ਜਿਹੜੀਆਂ ਬੇਅਦਬੀ ਮਾਮਲਿਆਂ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਜਾਂ ਜਿਹੜਾ ਮੋਹਾਲੀ ਦੇ ਵਿੱਚ ਇੱਕ IAS ਦੇ ਪੁੱਤਰ ਦੇ ਕਤਲ ਦਾ ਮਾਮਲਾ ਸੀਗਾ ਜਿਹਦੀ ਹਿਰਾਸਤੀ ਮੌਤ ਦੀ ਗੱਲ ਹੁੰਦੀ ਰਹੀ ਆ, ਔਰ ਇਸੇ ਤਰੀਕੇ ਨਾਲ ਸੈਣੀ ਮੋਟਰਸ ਦੀ, ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਸਮਾਂ ਰਹਿੰਦਿਆਂ ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ ਹੁੰਦੇ ਹਿਰਾਸਤੀ ਪੁੱਛਗਿੱਛ, ਉਹ ਸੈਣੀ ਉਹ ਤੋਂ ਬਚ ਗਏ ਕਿਉਂਕਿ ਪੁਲਿਸ ਨੇ ਸਮਾਂ ਰਹਿੰਦਿਆਂ ਉਹਨਾਂ ਨੂੰ ਸ਼ਾਮਲ ਤਫਤੀਸ਼ ਨਹੀਂ ਕੀਤਾ। ਉਦੋਂ ਤੱਕ ਉਹ ਰਾਹਤਾਂ ਹਾਸਲ ਕਰਦੇ ਰਹੇ। ਪੰਜਾਬ ਦੇ ਸਮੁੱਚੇ ਦ੍ਰਿਸ਼ ਵਿੱਚ ਸਮੇਤ ਸਿੰਘ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਆਸ ਬਣੀ ਸੀਗੀ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਦੋਂ ਹੀ ਹੋ ਸਕਦਾ ਜਦੋਂ ਕਿਸੇ ਦੀ ਇਨਵੈਸਟੀਗੇਸ਼ਨ ਉਹਨਾਂ ਹੀ ਲੀਹਾਂ ਤੇ ਹੋਵੇ ਜਿਨ੍ਹਾਂ ਤੇ ਇੱਕ ਆਮ ਬੰਦੇ ਦੀ ਹੁੰਦੀ ਆ। ਅਸੀਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਦੇ। ਅਦਾਲਤਾਂ ਦੇ ਹੁਕਮ ਨੇ, ਉਹ ਸਿਰ ਮੱਥੇ ਤੇ ਨੇ, ਅਦਾਲਤਾਂ ਸਤਿਕਾਰਯੋਗ ਨੇ, ਲੇਕਿਨ ਸਮਾਂ ਰਹਿੰਦਿਆਂ ਪੰਜਾਬ ਪੁਲਿਸ ਔਰ ਪੰਜਾਬ ਦੀ ਵਿਜੀਲੈਂਸ ਤੇ ਪੰਜਾਬ ਸਰਕਾਰ ਜਾਗੀ ਕਿਉਂ ਨਾ ਅੱਜ ਫਿਰ ਹੱਥ ਮਲਦੀ ਰਹੇਗੀ। ਮੈਂ ਇਹ ਤੋਂ ਟਿੱਪਣੀ ਚਾਹੂੰਗਾ। ਮੈਂ ਇੱਕ ਵਾਰੀ ਫਿਰ ਕਹਿ ਦਿਆਂ ਕਿ ਅਦਾਲਤੀ ਹੁਕਮਾਂ ਦਾ ਅਸੀਂ ਪੂਰਾ ਸਨਮਾਨ ਕਰਦੇ ਹਾਂ। ਸਮੇਤ ਸੈਣੀ ਨੂੰ ਮਿਲੀ ਰਾਹਤ ਨਾਲ ਸਾਨੂੰ ਕੋਈ ਉਜ਼ਰ ਨਹੀਂ, ਲੇਕਿਨ ਇੱਕ ਆਮ ਬੰਦੇ ਤੇ ਇੱਕ ਖਾਸ ਤੇ ਬੰਦੇ ਦੇ ਮਹੀਨ ਜੀ ਦੀਵਾਰ ਦਰਮਿਆਨ 'ਚ ਉਹ ਜ਼ਰੂਰ ਦਿਸਦੀ ਆ। ਕਈ ਵਾਰੀ ਇਹ ਵੀ ਸਵਾਲ ਉੱਠਦਾ ਹੈ ਕਿ ਵੱਡੇ ਲੋਕਾਂ ਲਈ ਜਿਹੜੇ ਵਕੀਲ ਸ਼ਾਮਲ ਹੁੰਦੇ ਆ, ਦਿੱਲੀ ਤੋਂ ਆਉਂਦੇ ਆ ਕਈ ਵਕੀਲ, ਉਹਨਾਂ ਦੀ ਫੀਸ 20-20 ਲੱਖ ਉਹ ਕੌਣ ਦੇ ਰਿਹਾ? ਇਹ ਨੌਕਰੀਆਂ ਕਰਨ ਵਾਲੇ 1.5-1.5 2-2 ਲੱਖ ਦੇ ਨੌਕਰੀ ਦੇ ਉੱਤੇ ਖੜੇ ਲੋਕ ਜਿਹੜੇ ਆ, ਇੰਨਾ ਸਰਮਾਇਆ ਕਿੱਥੋਂ ਲਿਆ ਰਿਹਾ? ਇਹਨਾਂ ਦੀਆਂ ਫੀਸਾਂ ਕੌਣ ਦੇ ਰਿਹਾ? ਇਹ ਬੜੇ ਵੱਡੇ ਸਵਾਲ ਆ। ਮੈਂ ਇੱਕ ਵਾਰੀ ਫਿਰ ਇਹ ਮਾਫੀ ਮੰਗ ਕੇ ਕਿ ਅਸੀਂ ਅਦਾਲਤਾਂ ਦੀ ਮਾਣਹਾਨੀ ਲਈ ਬਿਲਕੁਲ ਨਹੀਂ ਗੱਲ ਕਰ ਰਹੇ, ਲੇਕਿਨ ਜੋ ਹੋ ਰਿਹਾ ਉਹਦੇ ਪਿਛਲੀਆਂ ਸੱਚਾਈਆਂ ਤੋਂ ਪਰਦਾ ਚੱਕਿਆ ਜਾਣਾ ਚਾਹੀਦਾ। ਜੇ ਇਹ ਦੋਸ਼ੀ ਨੇ ਤਾਂ ਦੋਸ਼ੀ ਬਣਨੇ ਚਾਹੀਦੇ ਆ, ਬਚਣੇ ਨਹੀਂ ਚਾਹੀਦੇ। ਆਮ ਲੋਕਾਂ ਵਾਂਗ ਇਹਨਾਂ ਨਾਲ ਵਿਹਾਰ ਹੋਣਾ ਚਾਹੀਦਾ। ਮੈਂ ਤੁਹਾਡੀ ਟਿੱਪਣੀ ਚਾਹੂੰਗਾ। ਰੰਧਾਵਾ ਜੀ, ਸੈਣੀ ਉਹਨਾਂ ਉਹ ਪੁਲਿਸ ਅਫਸਰ ਨੇ ਜੋ ਅੱਤਵਾਦ ਦੇ ਟਾਈਮ ਵਿੱਚ ਉਹਨਾਂ ਦੇ ਉੱਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ, ਔਰ ਜਿਨ੍ਹਾਂ ਇਲਜ਼ਾਮਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਸਾਰੇ ਇਲਜ਼ਾਮਾਂ ਦੇ ਵਿੱਚ ਸੈਣੀ ਉਹਨਾਂ ਕਦੀ ਵੀ ਮੁਸੀਬਤ 'ਚ ਆ ਸਕਦੇ ਸੀ, ਪਰ ਕੋਰਟਾਂ ਤੋਂ ਰਾਹਤ ਮਿਲਦੀ ਗਈ। ਕੋਰਟਾਂ ਦੀ ਕਾਰਵਾਈ ਦੀ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੋਰਟ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਯਾਨੀ ਦੋਨੋਂ ਪੱਖਾਂ ਨੂੰ ਸੁਣ ਕੇ ਕੋਈ ਫੈਸਲਾ ਲੈਂਦੇ ਨੇ। ਕੱਲ੍ਹ ਜਦ ਸੈਣੀ ਉਹਨਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਵਿਜੀਲੈਂਸ ਦੇ ਦਫ਼ਤਰ ਜਾਂਦੇ ਨੇ ਰਾਤੀ 8 ਵਜੇ, 8 ਵਜੇ ਉਹ ਕਿਹਾ ਜਾਂਦਾ ਹੈ ਕਿ 5 ਵਜੇ ਤੱਕ ਦਫ਼ਤਰ ਹੁੰਦਾ। 8 ਵਜੇ ਉਹ ਕਿਉਂ ਗਏ? ਜ਼ਰੂਰ ਕਿਸੇ ਨਾ ਕਿਸੇ ਨਾਲ ਰਾਬਤਾ ਕਾਇਮ ਕੀਤਾ ਹੋਏਗਾ, ਤਾਂ ਕਰਕੇ ਉਹ 8 ਵਜੇ ਗਏ। ਅਚਾਨਕ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ। ਉਹਨਾਂ ਦੀ ਹਿਊਮਿਲੇਸ਼ਨ ਹੁੰਦੀ ਹੈ, ਉਹਨਾਂ ਨੂੰ ਰਾਤ ਹਵਾਲਾਤ ਦੇ ਵਿੱਚ ਬੰਦ ਕੀਤਾ ਜਾਂਦਾ, ਉਹਨਾਂ ਦੀ ਤਸਵੀਰਾਂ ਜਾਰੀ ਕੀਤੀ ਜਾਂਦੀ ਹੈ, ਔਰ ਅਗਲੇ ਦਿਨ ਕੋਰਟਾਂ ਦੇ ਵਿੱਚ ਕਾਰਵਾਈ ਸ਼ੁਰੂ ਹੁੰਦੀ ਹੈ। ਇੱਕ ਸੁਣਵਾਈ ਚੱਲ ਰਹੀ ਸੀ ਮੋਹਾਲੀ ਕੋਰਟ ਦੇ ਵਿੱਚ ਔਰ ਇੱਕ ਚੱਲ ਰਹੀ ਸੀ ਹਾਈ ਕੋਰਟ ਦੇ ਵਿੱਚ। ਸਵੇਰ ਤੋਂ ਲੈ ਕੇ ਹੁਣ ਸ਼ਾਮ ਦੇ ਤਕਰੀਬਨ 7:30 ਵੱਜ ਗਏ ਨੇ, ਹਜੇ ਤੱਕ ਇਹੀ ਗੱਲ ਚੱਲਦੀ ਰਹੀ ਵੀ ਕਦੀ ਵੀ ਇਹ ਫੈਸਲਾ ਆ ਸਕਦਾ ਹੈ। ਆ ਗਿਆ ਫੈਸਲਾ। ਹਾਈ ਕੋਰਟ ਨੇ ਫੌਰੀ ਤੌਰ 'ਤੇ ਸੈਣੀ ਉਹਨਾਂ ਨੂੰ ਰਾਹਤ ਦਿੰਦੇ ਹੋਏ ਉਹਨਾਂ ਨੂੰ ਛੱਡਣ ਦੀ ਇੱਕ ਆਰਡਰ ਦਿੱਤੇ, ਔਰ ਇੱਥੇ ਤੱਕ ਕਿ ਨਿਚਲੀ ਅਦਾਲਤਾਂ ਨੂੰ ਵੀ ਹੁਕਮ ਦਿੱਤੇ ਕਿ ਸੈਣੀ ਉਹਨਾਂ ਦੇ ਖਿਲਾਫ ਜਿਹੜੀ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਉਹਦੇ ਉੱਤੇ ਕੋਈ ਫੈਸਲਾ ਨਾ ਲਿੱਤਾ ਜਾਏ। ਇਹਨੂੰ ਅਸੀਂ ਰਾਹਤ ਦੇ ਪੱਖੋਂ ਦੇਖ ਸਕਦੇ ਹਾਂ। ਹੁਣ ਗੱਲ ਹੈਗੀ ਹੈ ਕਿ ਕੱਲ੍ਹ ਰਾਤੀ 8 ਵਜੇ ਸੈਣੀ ਉਹਨਾਂ ਨੂੰ ਇੱਕ ਨਵੀਂ FIR ਦਰਜ ਕਰਕੇ ਅਰੈਸਟ ਕਰਨ ਦੀ ਲੋੜ ਕੀ ਸੀ? ਇਹਦੇ ਪਿੱਛੇ ਕਿਸੇ ਨਾ ਕਿਸੇ ਜਗ੍ਹਾ ਬਦਲੇ ਦੀ ਰਾਜਨੀਤੀ ਵੀ ਨਜ਼ਰ ਆਉਂਦੀ ਹੈ, ਕਿਉਂਕਿ ਸੈਣੀ ਉਹਨਾਂ ਦਾ ਜਿਹੜਾ ਕਰੈਕਟਰ ਰਿਹਾ
ਖਾਸ ਕਰਕੇ ਜੀ ਅੱਤਵਾਦ ਦੇ ਟਾਈਮ, ਔਰ ਉਹਨਾਂ ਦੇ ਖਿਲਾਫ ਜਿੰਨੇ ਕੁ ਵੱਡੇ ਕੇਸ ਰਹੇ ਨੇ, ਉਹ ਕੇਸ ਕੋਈ ਸੈਣੀ ਉਹਨਾਂ ਨੂੰ ਇੱਕ ਅੱਛੀ ਸ਼ਖਸੀਅਤ ਦੇ ਤੌਰ ਤੇ ਨਹੀਂ ਦਰਸਾਉਂਦੇ, ਪਰ ਕੋਰਟਾਂ ਦੀ ਮਦਦ ਉਹਨਾਂ ਨੂੰ ਲਗਾਤਾਰ ਮਿਲਦੀ ਰਹੀ ਹੈ। ਹੁਣ ਜੀ ਗੱਲ ਇੱਥੇ ਖੜੀ ਹੈ ਕਿ ਕੱਲ ਅਦਾਲਤ ਦੇ ਵਿੱਚ ਕੀ ਹੋਏਗਾ। ਅੱਜ ਡਿਟੇਲਡ ਆਰਡਰ ਹੁਣੇ ਆਣੇ ਬਾਕੀ ਹੈ। ਕੱਲ ਸੈਣੀ ਉਹਨਾਂ ਦੀ ਰਿਹਾਈ ਦੇ 99% ਕੀ 100% ਚਾਂਸਸ ਹੈਗੇ ਨੇ, ਪਰ ਅੱਗੇ ਕੀ ਹੋਏਗਾ ਇਹਦੀ ਅਟਕਲਾਂ ਲਾਣੀ ਹਜੇ ਪਤਾ ਨਹੀਂ ਕੀ ਉਹ ਦੂਜੇ ਕੇਸਾਂ ਦੇ ਵਿੱਚ ਉਹਨਾਂ ਦੇ ਖਿਲਾਫ ਕੀ ਐਕਸ਼ਨ ਲੈਂਦੇ ਨੇ। ਪਰ ਜਿਸ ਤਰ੍ਹਾਂ ਮੈਂ ਕਿਹਾ ਕਿ ਕਿਸੇ ਨਾ ਕਿਸੇ ਜਗ੍ਹਾ ਇਹਦੇ ਵਿੱਚ ਇੱਕ ਬਦਲੇ ਦੀ ਰਾਜਨੀਤੀ ਵੀ ਨਜ਼ਰ ਆਉਂਦੀ ਹੈ। ਇੱਕ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬੈਠੇ ਹੋਏ ਵੱਡੇ ਓਐਸਡੀ ਦੀ ਤਰਫ ਵੀ ਉਂਗਲ ਜਾਂਦੀ ਹੈ, ਕਿਉਂਕਿ ਜਦ ਸੈਣੀ ਸਾਹਿਬ ਵਿਜੀਲੈਂਸ ਦੇ ਡਾਇਰੈਕਟਰ ਸੀਗੇ ਤੇ ਉਸ ਓਐਸਡੀ ਦੀ ਵੀ ਬੜੀ ਹਿਊਮਿਲੇਸ਼ਨ ਹੋਈ ਸੀਗੀ। ਉਸ ਹਿਊਮਿਲੇਸ਼ਨ ਨੂੰ ਦੇਖਦੇ ਹੋਏ ਕਿਸੇ ਨਾ ਕਿਸੇ ਜਗ੍ਹਾ ਕੁਝ ਅੰਦਰੂਨੀ ਸਰਕਲ ਦੇ ਵਿੱਚ ਇਹ ਗੱਲਾਂ ਆ ਰਹੀਆਂ ਕਿ ਕਿਸੇ ਨਾ ਕਿਸੇ ਜਗ੍ਹਾ ਇਹ ਬਦਲੇ ਦੀ ਕਾਰਵਾਈ ਦੇ ਤੌਰ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ। ਅੱਛੀ ਤਰ੍ਹਾਂ ਪਤਾ ਸੀਗਾ ਕਿ ਇਸ ਕੇਸ ਦੇ ਵਿੱਚ ਸੈਣੀ ਉਹਨਾਂ 4-5 ਦਿਨ ਤੋਂ ਜ਼ਿਆਦਾ ਅੰਦਰ ਨਹੀਂ ਰਹਿ ਸਕਦੇ। ਗੱਲ ਇਹ ਵੀ ਚੱਲ ਰਹੀ ਸੀ ਕਿ ਹੋਰ ਕੇਸਾਂ ਦੀ ਵੀ ਇਨਵੈਸਟੀਗੇਸ਼ਨ ਪੁੱਛਗਿੱਛ ਜਿਹਦੇ ਵਾਸਤੇ ਸੈਣੀ ਉਹਨਾਂ ਹਮੇਸ਼ਾ ਬਚਦੇ ਨਜ਼ਰ ਆਉਂਦੇ ਸੀਗੇ, ਉਹਨਾਂ ਦੀ ਵੀ ਹੁਣ ਗੱਲ ਹੋਏਗੀ, ਗੱਲ ਖੁੱਲੇਗੀ ਤਾਂ ਕਿਸੇ ਨਾ ਕਿਸੇ ਜਗ੍ਹਾ ਲੌਜੀਕਲ ਕੰਕਲੂਜਨ ਤੇ ਪਹੁੰਚੇਗੀ। ਪਰ ਇੱਕ ਵਾਰ ਸੈਣੀ ਸਾਹਿਬ ਨੂੰ ਅੰਦਰ ਕਰਕੇ ਸੁਮੇਰ ਸੈਣੀ ਉਹਨਾਂ ਨੂੰ ਅੰਦਰ ਕਰਕੇ ਸਰਕਾਰ ਨੇ ਇਹ ਜ਼ਰੂਰ ਦਿਖਾਤਾ ਕਿ ਆਪਾਂ ਸੈਣੀ ਉਹਨਾਂ ਦੀ ਪਰਵਾਹ ਨਹੀਂ ਕਰਦੇ। ਸੈਣੀ ਉਹਨਾਂ ਦੇ ਖਿਲਾਫ ਨਵਾਂ ਕੇਸ ਦਰਜ ਕਰਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਧੋਖੇ ਨਾਲ ਅਸੀਂ ਇਸ ਕਰਕੇ ਕਵਾਂਗੇ ਕਿ ਉਹਨਾਂ ਨੂੰ 7 ਦਿਨ ਦੀ ਬਲੈਂਕਟ ਬੇਲ ਮਿਲੀ ਸੀਗੀ। ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਜਾਂਦੇ ਨੇ, ਉਹਨਾਂ ਨੂੰ ਇੱਕ ਦੂਜੀ ਐਫਆਈਆਰ ਦਰਜ ਕਰਕੇ ਅਰੈਸਟ ਕਰ ਲਿੱਤਾ ਜਾਂਦਾ ਹੈ। ਇਹ ਕਿਸੇ ਨਾ ਕਿਸੇ ਜਗ੍ਹਾ ਫਿਰ ਦੁਬਾਰਾ ਮੈਂ ਕਹੂੰਗਾ ਕਿ ਇਹਦੇ ਵਿੱਚ ਬਦਲੇ ਦੀ ਰਾਜਨੀਤੀ ਦੀ ਬਹੁਤ ਆਉਂਦੀ ਹੈ। ਦੇਖੋ ਗੱਲ ਇਦਾਂ ਹੈ ਕਿ ਜਿਹੜੇ ਕੇਸ ਸੁਮੇਧ ਸਿੰਘ ਸੈਣੀ ਦੇ ਖਿਲਾਫ ਖੜੇ ਆ, ਉਹਨਾਂ 'ਚ ਮੁਲਤਾਨੀ ਕੇਸ ਇੱਕ ਐਸਾ ਕੇਸ ਆ ਜਿਹਨੂੰ ਹਿਰਾਸਤੀ ਟੌਰਚਰ ਸਹਿਣਾ ਪਿਆ ਤੇ ਉਸ ਤੋਂ ਬਾਅਦ ਉਹਦਾ ਖੁਰਾ ਖੋਜ ਨਹੀਂ ਮਿਲਿਆ। ਸੁਮੇਧ ਸਿੰਘ ਸੈਣੀ ਦੇ ਨਾਲ ਉਦੋਂ ਦੇ 2 ਤਤਕਾਲੀ ਅਧਿਕਾਰੀ ਪੁਲਿਸ ਦੇ, ਜਿਹੜੇ ਸ਼ਾਇਦ ਬਾਅਦ 'ਚ ਇੰਸਪੈਕਟਰ ਰੈਂਕ ਤੱਕ ਪਹੁੰਚੇ, ਉਹਨਾਂ ਦਾ ਵਾਅਦਾ ਮਾਫ ਗਵਾਹ ਬਣਨ ਦੀ ਗੱਲ ਹੁੰਦੀ ਰਹੀ। ਉਹਨਾਂ ਦੇ ਬਿਆਨ ਵੀ ਸ਼ਾਇਦ ਕਲਮਬੰਦ ਹੋਏ ਆ। ਇਸੇ ਤਰੀਕੇ ਨਾਲ ਕੁਝ ਹੋਰ ਲੋਕ ਵੀ ਸਾਹਮਣੇ ਆਉਂਦੇ ਰਹੇ ਆ ਕਿ ਅੰਦਰ ਕਾਫੀ ਕੁਝ ਵਾਪਰਦਾ ਰਿਹਾ। ਇਸੇ ਤਰ੍ਹਾਂ ਸੈਣੀ ਮੋਟਰਸ ਨੂੰ ਲੈ ਕੇ ਵੀ ਅਜੇ ਤੱਕ ਕਈ ਮਾਮਲੇ ਨੇ। ਜਦੋਂ ਡੀਜੀਪੀ ਸੁਮੇਧ ਸਿੰਘ ਸੈਣੀ ਸੀਗੇ ਔਰ ਬਰਗਾੜੀ ਬਹਿਬਲ ਕਲਾਂ ਤੇ ਕੋਟਕਪੂਰੇ ਦੇ ਵਾਪਰੀਆਂ ਘਟਨਾਵਾਂ ਨੇ, ਅਜੇ ਉਹ ਜਿਹੜੀਆਂ ਉਦੋਂ ਦੀਆਂ ਸੀਸੀਟੀਵੀ ਫੁਟੇਜ ਨੇ ਜਾਂ ਜੋ ਕੁਝ ਵੀ ਵਾਪਰਿਆ, 2 ਵਿਅਕਤੀਆਂ ਦਾ ਮਾਰੇ ਜਾਣਾ ਔਰ ਫਿਰ ਪੁਲਿਸ ਦਾ ਅਣਪਛਾਤੀ ਹੋ ਜਾਣਾ, ਲਗਾਤਾਰ ਉਹਦੇ ਉੱਤੇ ਕੁਝ ਵੀ ਅੱਗੇ ਨਾ ਵੱਧ ਸਕਣਾ ਜਿੰਨਾ ਚਿਰ ਅਕਾਲੀ ਗਵਰਨਮੈਂਟ ਰਹੀ। ਹੁਣ ਤਾਂ 4.5 ਸਾਲ ਇਹਨਾਂ ਤੋਂ ਵੀ ਕੱਖ ਨਹੀਂ ਹੋਇਆ ਜਿਹੜੇ ਹੋਣ ਵਾਲੇ ਨੇ। ਲੇਕਿਨ ਆਖਰ ਅਸੀਂ ਬਦਲੇ ਦੀ ਰਾਜਨੀਤੀ ਨੂੰ ਜੇ 2 ਬੰਦਿਆਂ ਦੇ ਵਿੱਚ ਕੋਈ ਗੱਲ ਹੈਗੀ ਵੀ ਆ, ਤਾਂ ਜਿਹੜਾ ਪੂਰੇ ਦਾ ਪੂਰਾ ਇੱਕ ਮੁਆਸ਼ਰਾ ਇਹ ਦੇਖ ਰਿਹਾ ਕਿ ਇੱਕ ਪੁਲਿਸ ਪ੍ਰਮੁੱਖ ਰਿਹਾ ਵਿਅਕਤੀ ਇਹਨਾਂ ਚੀਜ਼ਾਂ 'ਚ ਸ਼ਾਮਲ ਹੋਵੇ, ਜੇ ਕਿਧਰੇ ਉਹਦੀ ਸ਼ਮੂਲੀਅਤ 100% ਤਸਦੀਕ ਹੋ ਜਾਂਦੀ ਆ, ਅਦਾਲਤੀ ਪ੍ਰਕਿਰਿਆਵਾਂ 'ਚ ਕੱਲ ਨੂੰ ਇੰਨੇ ਸਬੂਤ ਹੋ ਜਾਂਦੇ ਆ, ਤਾਂ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਦਲਾਖੋਰੀ ਆ। ਬਦਲਾਖੋਰੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਹੋ ਸਕਦੀ ਆ, ਉਹ ਉਹਦੇ 'ਚ ਕਾਰਜਸ਼ੀਲ ਹੋ ਵੀ ਸਕਦੇ ਆ। ਮੈਂ ਤੁਹਾਡੀ ਗੱਲ ਸਮਝਦਾ ਕਿ ਕੁਝ ਇੱਕ ਮਾਮਲੇ ਸੀਗੇ ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੇ ਵਿੱਚ ਮੀਡੀਆ ਅਧਿਕਾਰੀ ਰਹੇ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਹਿਰਾਸਤ ਵਿੱਚ ਵੀ ਲਿਆ ਗਿਆ। ਉਦੋਂ ਸ਼ਾਇਦ ਸੁਮੇਧ ਸਿੰਘ ਸੈਣੀ ਵਿਜੀਲੈਂਸ ਦੇ ਕਰਤਾ ਧਰਤਾ ਹੋਣਗੇ ਜਾਂ ਬਾਕੀ ਸਾਰੀਆਂ ਗੱਲਾਂ, ਉਹ ਰੰਜਿਸ਼ਾਂ ਤਾਂ ਰਹਿੰਦੀਆਂ, ਲੇਕਿਨ ਜਿਹੜੇ ਕੁਝ ਬੋਲ ਰਿਹਾ, ਜੋ ਕੁਝ ਜਿਹੜੇ ਕੇਸ ਦਰਜ ਹੋਏ ਆ, ਜਿਨ੍ਹਾਂ ਦੇ ਵਿੱਚ 4 ਸ਼ੀਟਾਂ ਲਗਭਗ ਹੋਈਆਂ, ਜਿਨ੍ਹਾਂ ਦੇ ਵਿੱਚ ਜਿਵੇਂ ਕੁੰਵਰ ਵਿਜੇ ਪ੍ਰਤਾਪ ਨੇ 4 ਸ਼ੀਟ ਦਾਖਲ ਕੀਤੀ, ਔਰ ਉਸ ਤੋਂ ਇਲਾਵਾ ਮੁਲਤਾਨੀ ਕੇਸ ਨੂੰ ਲੈ ਕੇ ਜਿਸ ਤਰੀਕੇ ਨਾਲ ਲੜਾਈ ਲੜੀ ਜਾ ਰਹੀ ਆ, ਉਹਦੇ ਵਿੱਚ ਕਿਸੇ ਵਿਅਕਤੀ ਨੂੰ ਇਹਨਾਂ ਅਦਾਲਤੀ ਪ੍ਰਕਿਰਿਆਵਾਂ ਦਾ, ਪੁਲਿਸ ਇਨਵੈਸਟੀਗੇਸ਼ਨ ਦਾ ਸਾਹਮਣਾ ਤਾਂ ਕਰਨਾ ਹੀ ਚਾਹੀਦਾ ਹੈ, ਔਰ ਕਰਨਾ ਵੀ ਜਿਵੇਂ ਇੱਕ ਆਮ ਵਿਅਕਤੀ ਕਰਦਾ ਉਵੇਂ ਹੀ ਹੋਣਾ ਚਾਹੀਦਾ। ਅੱਜ ਇੱਕ ਹੋਰ ਕੇਸ ਜਿਹਦੇ ਵਿੱਚ ਜਿਹੜੀ ਇੱਕ ਜੱਜਮੈਂਟ ਸੀ ਸਿੰਗਲ ਬੈਂਚ ਹਾਈ ਕੋਰਟ ਦਾ, ਕੁੰਵਰ ਵਿਜੇ ਪ੍ਰਤਾਪ ਨੂੰ ਆਪਣੀ ਨੌਕਰੀ ਛੱਡਣੀ ਪੈਂਦੀ ਆ, ਜਿਹਦੇ ਤੋਂ ਬਾਅਦ, ਜਿਹੜੇ ਫੈਸਲੇ ਤੋਂ ਬਾਅਦ ਬੇਅਦਬੀ ਮਾਮਲਿਆਂ ਦੇ ਵਿੱਚ ਪੂਰੀ ਐਸਆਈਟੀ ਖਾਰਜ ਕੀਤੀ ਜਾਂਦੀ ਆ, ਉਹਦੀ ਰਿਪੋਰਟ ਖਾਰਜ ਕੀਤੀ ਜਾਂਦੀ ਆ। ਕੈਪਟਨ ਅਮਰਿੰਦਰ ਸਿੰਘ ਸਰਕਾਰ ਮੁਸ਼ਕਲ ਚ ਆਉਂਦੀ ਆ, ਨਵਜੋਤ ਸਿੰਘ ਸਿੱਧੂ ਨੂੰ ਇਸੇ ਕੇਸ 'ਚ ਪ੍ਰਧਾਨਗੀ ਤੱਕ ਪਹੁੰਚਿਆ ਜਾਂਦਾ। ਹੁਣ ਉਸੇ ਕੇਸ ਦੇ ਵਿੱਚ ਇੱਕ ਸਪੈਸ਼ਲ ਲੀਵ ਪਟੀਸ਼ਨ ਦਾਖਲ ਹੋ ਗਈ ਆ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਦੀ ਤਰਫੋਂ। ਇਹਦਾ ਮਤਲਬ ਇਹ ਆ ਕਿ ਅੱਜ ਭਾਵੇਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਿੜਕ ਦਿੱਤੀ ਹੈ, ਅਜੇ ਸੁਮੇਧ ਸਿੰਘ ਸੈਣੀ ਨੂੰ ਰਿਮਾਂਡ ਨਾ ਉਹਦਾ ਦੇਣ ਲਈ ਹੇਠਲੀ ਅਦਾਲਤ ਨੂੰ ਕਿਹਾ ਗਿਆ, ਲੇਕਿਨ ਸਰਕਾਰ ਜਿੱਦਾਂ ਤੇਜ਼ੀ ਨਾਲ ਅੱਗੇ ਵਧ ਰਹੀ ਆ ਔਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਸਪੈਸ਼ਲ ਲੀਵ ਪਟੀਸ਼ਨ ਆ ਕਿ ਜਿਹੜੀ ਸਿੰਗਲ ਬੈਂਚ ਦੀ ਜੱਜਮੈਂਟ ਆ
ਉਹਦੇ ਖਿਲਾਫ ਜਿਹੜੀ ਐਸਆਈਟੀ ਖਾਰਜ ਕੀਤੀ ਗਈ, ਜਿਹੜੀ ਉਹਦੀ ਰਿਪੋਰਟ ਖਾਰਜ ਕੀਤੀ ਗਈ, ਚਾਰਜ ਸ਼ੀਟ ਨੂੰ ਸਿਰਿਓਂ ਖਾਰਜ ਕੀਤਾ ਗਿਆ, ਉਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਣਾ, ਇਹ ਦੋ ਪਹਿਲੂ ਜੁੜਦੇ ਹੋਏ ਆ, ਕਿਉਂਕਿ ਇਹਦੇ ਵਿੱਚ ਵੀ ਸਮੇਤ ਸਿੰਘ ਸੈਣੀ ਦਾ ਨਾਂ ਬੋਲਦਾ ਰਿਹਾ ਚਾਰਜ ਸ਼ੀਟ ਦੇ ਵਿੱਚ, ਇਹ ਸੁਣਨ ਚਾਹੁੰਦਾ। ਦੇਖੋ, ਗੱਲ ਅਸੀਂ ਜਦ ਗੋਲੀकांड ਦੀ ਕਰਦੇ ਹਾਂ ਤੇ ਉਹਦੇ ਵਿੱਚ ਸੈਣੀ ਉਹਨਾਂ ਦਾ ਨਾਮ ਵੱਜਦਾ ਸੀਗਾ, ਨੋ ਡਾਊਟ, ਕਿਉਂਕਿ ਉਸ ਟਾਈਮ ਦੇ ਉਹ ਡੀਜੀਪੀ ਹੁੰਦੇ ਸੀਗੇ ਔਰ ਗੱਲ ਥਰੂ ਸੈਣੀ ਸਾਹਿਬ ਬਾਦਲ ਸਾਹਿਬ ਦੇ ਕੋਲ ਵੀ ਜਾਂਦੀ ਸੀਗੀ ਕਿ ਆਖਿਰਕਾਰ ਮੁੱਖ ਮੰਤਰੀ ਨੇ ਅੱਧੀ ਰਾਤੀ ਡੀਜੀਪੀ ਸੈਣੀ ਉਹਨਾਂ ਨਾਲ ਕੀ ਗੱਲ ਕੀਤੀ, ਕਿ ਮੁੱਖ ਮੰਤਰੀ ਗੋਲੀ ਚਲਾਉਣ ਦੇ ਆਰਡਰ ਅੱਧੀ ਰਾਤੀ ਦਿੱਤੇ। ਚਲੋ, ਇਹ ਗੱਲਾਂ ਕਦੀ ਵੀ ਲੀਗਲੀ ਪ੍ਰੂਵ ਨਹੀਂ ਹੋ ਸਕਦੀ, ਕਿਉਂਕਿ ਨਾ ਤੇ ਮੁੱਖ ਮੰਤਰੀ ਪ੍ਰੋਟੋਕੋਲ ਦੇ ਰਾਹੀਂ ਕਿਸੇ ਨੂੰ ਵੀ ਗੋਲੀ ਚਲਾਉਣ ਦਾ ਪੁਲਿਸ ਨੂੰ ਹੁਕਮ ਦਿੰਦੇ ਨੇ। ਡੀਜੀਪੀ ਸੁਮੇਧ ਸਿੰਘ ਸੈਣੀ ਅਗਰ ਗੋਲੀ ਚਲਾਉਣ ਦਾ ਹੁਕਮ ਉਹਨਾਂ ਨੇ ਦਿੱਤਾ ਵੀ ਸੀਗਾ ਤੇ ਉਹਨਾਂ ਕੋਲ ਇਹ ਲੈਜੀਟੀਮੇਟ ਰਾਈਟ ਹੈਗਾ, ਕਿਉਂਕਿ ਜਦ ਨਹੀਂ ਸ਼ਾਇਦ ਭਾਸਕਰ ਸਾਹਿਬ ਨਿਯਮਾਵਲੀ ਇਹ ਕਹਿੰਦੀ ਹੈ ਕਿ ਡਿਊਟੀ ਮੈਜਿਸਟ੍ਰੇਟ ਮੌਕੇ ਤੇ ਹਾਲਾਤ ਅਨੁਸਾਰ ਆਰਡਰ ਦੇ ਸਕਦਾ, ਨਾ ਕਿ ਕੋਈ ਡੀਜੀਪੀ ਜਾਂ ਮੁੱਖ ਮੰਤਰੀ। ਔਰ ਇਹ ਪੱਕੀ ਗੱਲ ਆ, ਜਿਵੇਂ ਪਿਛਲੇ ਅਦਾਲਤੀ ਫੈਸਲੇ 'ਚ ਕਈ ਗੱਲ ਕਿ ਇਹ ਮੁੱਖ ਮੰਤਰੀ ਔਰ ਡੀਜੀਪੀ ਦੀ ਗੱਲ ਹੋਣਾ ਤਾਂ ਆਮ ਗੱਲ ਆ। ਇਹ ਕਈ ਟਿੱਪਣੀਆਂ ਐਸੀਆਂ ਨੇ ਉਹ ਜੱਜਮੈਂਟ ਦੇ ਵਿੱਚ, ਫਿਰ ਜੱਜਮੈਂਟ ਤੇ ਆਪਾਂ ਨਹੀਂ ਜਾਂਦੇ, ਲੇਕਿਨ ਇਹ ਗੱਲ ਠੀਕ ਹੈ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਪ੍ਰੂਵ ਕਿਵੇਂ ਕਰੋਗੇ? ਇਹ ਤਾਂ ਵਿਰੋਧੀਆਂ ਦੇ ਦੋਸ਼ ਵਜੋਂ ਹੀ ਗੱਲ ਮੰਨ ਲਈ ਜਾਂਦੀ ਤੇ ਹਵਾ 'ਚ ਉਡਾਤੀ ਜਾਂਦੀ। ਪਰ ਫਿਰ ਵੀ ਇੱਕ ਸਟੇਟ ਦਾ ਮੁੱਖ ਮੰਤਰੀ, ਉਹਦਾ ਪੁਲਿਸ ਪ੍ਰਮੁੱਖ, ਉਹਦੇ ਬੈਠਿਆਂ ਹੋਇਆਂ ਜੇ ਥੱਲੇ ਦੇ ਪੱਧਰ ਤੇ ਕੋਈ ਗੱਲ ਹੋ ਰਹੀ ਤੇ ਉਹਨਾਂ ਦੇ ਧਿਆਨ 'ਚ ਸੀਗਾ ਕਿ ਨਹੀਂ, ਤੇ ਉਹਨਾਂ ਦੀ ਇਨਵੋਲਵਮੈਂਟ ਕਿਸ ਪੱਧਰ ਤੇ ਸੀ ਇਹਨਾਂ ਸਾਰੇ ਮਸਲਿਆਂ ਨੂੰ ਟੈਕਲ ਕਰਨ 'ਚ, ਹੈਂਡਲ ਕਰਨ 'ਚ, ਐਡਰੈਸ ਕਰਨ 'ਚ? ਇਹ ਮਸਲੇ ਤੋਂ ਉੱਪਰ ਲੀਗਲੀ ਕਿਸੇ ਡੀਜੀਪੀ ਜਾਂ ਮੁੱਖ ਮੰਤਰੀ ਦੇ ਖਿਲਾਫ ਐਕਸ਼ਨ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਬੜਾ ਔਖਾ ਹੁੰਦਾ ਹੈ। ਨੈਤਿਕ ਜ਼ਿੰਮੇਵਾਰੀ ਜ਼ਰੂਰ ਹੁੰਦੀ ਹੈ ਕਿ ਵੀ ਉਸ ਟਾਈਮ ਡੀਜੀਪੀ ਕੌਣ ਸੀਗੇ ਜਾਂ ਮੁੱਖ ਮੰਤਰੀ ਕੌਣ ਸੀਗੇ ਜਾਂ ਹੋਮ ਮਿਨਿਸਟਰ ਕੌਣ ਸੀਗੇ। ਹੁਣ ਅੱਜ ਗੱਲ ਤੁਸੀਂ ਸਪੈਸ਼ਲ ਲੀਵ ਪਟੀਸ਼ਨ ਦੀ ਕੀਤੀ ਕਿ ਉਸ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਐਸਆਈਟੀ ਦੀ ਰਿਪੋਰਟ ਨੂੰ ਰਿਜੈਕਟ ਕੀਤਾ ਗਿਆ ਸੀ, ਉਹਦੇ ਉੱਤੇ ਸਪੈਸ਼ਲ ਲੀਵ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਦਾਇਰ ਕਰਦੀ। ਤੁਸੀਂ ਇਹ ਦੇਖੋ ਕਿ ਉਸ ਫੈਸਲੇ ਨੂੰ ਆਏ ਹੋਏ ਤਕਰੀਬਨ 2 ਤੋਂ 3 ਮਹੀਨੇ ਹੋ ਚੁੱਕੇ। ਜਦ ਉਹ ਫੈਸਲਾ ਹਾਈ ਕੋਰਟ ਦੇ ਵਿੱਚ ਆਇਆ ਸੀਗਾ ਤਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਫੌਰੀ ਤੌਰ ਤੇ ਇਹ ਗੱਲ ਕਹੀ ਸੀਗੀ ਕਿ ਇਸ ਫੈਸਲੇ ਦੇ ਵਿੱਚ ਬਹੁਤ ਸਾਰੀ ਗਲਤੀਆਂ ਹੈ, ਕਦੀ ਵੀ ਇਦਾਂ ਦਾ ਫੈਸਲਾ ਹਾਈ ਕੋਰਟ ਦਾ ਇੱਕ ਪੱਖੀ ਅਸੀਂ ਨਹੀਂ ਦੇਖਿਆ ਤੇ ਇਸ ਫੈਸਲੇ ਦੇ ਖਿਲਾਫ ਅਸੀਂ ਸੁਪਰੀਮ ਕੋਰਟ ਜਾਵਾਂਗੇ। ਪਰ 3 ਮਹੀਨੇ ਲੱਗ ਗਏ। ਜਿਹੜਾ ਹਾਈ ਕੋਰਟ ਨੇ ਇੰਸਟਰਕਸ਼ਨ ਦਿੱਤੀ ਸੀਗੀ ਕਿ ਨਵੀਂ ਸਿੱਟ ਬਣਾਓ ਔਰ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨਹੀਂ ਹੋਣੇ ਚਾਹੀਦੇ, ਉਸ ਗੱਲ ਨੂੰ ਵੀ ਸਰਕਾਰ ਨੇ ਮੰਨ ਲਿਆ। ਪਰ ਤਦ ਤੱਕ ਇਹ ਜਿਹੜੀ ਸਪੈਸ਼ਲ ਲੀਵ ਪਟੀਸ਼ਨ ਦੀ ਗੱਲ ਹੈਗੀ ਹੈ, ਜਿਹੜੀ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰਨੀ ਸੀ, ਉਹਦਾ ਜ਼ਿਕਰ ਤੇ ਹੁੰਦਾ ਰਿਹਾ, ਕਦੀ ਐਕਸ਼ਨ ਨਹੀਂ ਹੋਇਆ। ਅੱਜ ਉਹ ਸਪੈਸ਼ਲ ਲੀਵ ਪਟੀਸ਼ਨ ਅਦਾਲਤ ਦੇ ਵਿੱਚ ਦਾਖਲ ਕਰਨ ਦਾ ਫੈਸਲਾ ਹੁੰਦਾ। ਇਹਦੇ ਪਿੱਛੇ ਕਿਸੇ ਨਾ ਕਿਸੇ ਜਗ੍ਹਾ 18 ਨੁਕਾਤੀ ਪ੍ਰੋਗਰਾਮ ਜਿਹੜਾ ਕੈਪਟਨ ਅਮਰਿੰਦਰ ਸਿੰਘ ਹਾਈ ਕੋਰਟ ਦੇ ਵਿੱਚੋਂ ਜਾਂ ਹਾਈ ਕਮਾਂਡ ਦੇ ਵਿੱਚੋਂ ਲੈ ਕੇ ਆਏ ਸੀਗੇ, ਤੇ ਉਸ ਹਾਈ ਕਮਾਂਡ ਦੇ ਉਸ 18 ਨੁਕਾਤੀ ਪ੍ਰੋਗਰਾਮ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੇ ਨੇ। ਕਾਰਨ ਇਹ ਸਪੈਸ਼ਲ ਲੀਵ ਪਟੀਸ਼ਨ ਪਾਉਣ ਤੋਂ ਬਾਅਦ ਇਹਦਾ ਫੈਸਲਾ ਜੋ ਵੀ ਹੋਏ ਇਹਦੇ ਵਿੱਚ ਟਾਈਮ ਲੱਗਣਾ ਹੈ। ਪਰ ਫਿਲਹਾਲ ਕੈਪਟਨ ਸਾਹਿਬ ਇਹ ਕਹਿਣ ਜੋਗੇ ਜ਼ਰੂਰ ਹੋ ਸਕਦੇ ਨੇ ਕਿ ਜਿਹੜਾ ਇਹ ਨੁਕਾਤੀ ਇਸ ਪੁਆਇੰਟ ਦੇ ਉੱਤੇ ਮੈਂ ਐਕਸ਼ਨ ਤੇ ਆ ਗਿਆ ਔਰ ਮੈਂ ਕੰਮ ਕਰਨਾ ਸ਼ੁਰੂ ਕੀਤਾ ਹੈ। ਡੀਜੀਪੀ ਸੈਣੀ ਦੀ ਗ੍ਰਿਫਤਾਰੀ ਔਰ ਸਪੈਸ਼ਲ ਲੀਵ ਪਟੀਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕਰਨਾ, ਇਹ ਦੋਨੋਂ ਆਪਣੇ ਆਪ ਵਿੱਚ ਬੇਅਦਬੀ ਤੇ ਗੋਲੀकांड ਦੇ ਉੱਤੇ ਸਰਕਾਰ ਨੂੰ ਐਕਸ਼ਨ ਦੇ ਵਿੱਚ ਦਿਖਾਉਂਦੇ ਨੇ। ਉਹ ਦਿਖਾਉਣ ਵਾਲੀ ਗੱਲ ਤੇ ਸ਼ੁਰੂ ਹੋ ਚੁੱਕੀ ਹੈ। ਹੁਣ ਬਾਕੀ ਦੇ ਜਿਹੜੇ 17 ਪੁਆਇੰਟ ਨੇ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਜਗ੍ਹਾ ਸਰਕਾਰ ਐਕਸ਼ਨ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਨਜ਼ਰ ਆਏਗੀ, ਕਿਉਂਕਿ ਸਪਟੈਂਬਰ ਤੱਕ ਦੀ ਡੈਡਲਾਈਨ ਹਾਈ ਕਮਾਂਡ ਨੇ ਦਿੱਤੀ ਸੀਗੀ। ਅਗਸਤ ਦਾ 15 ਤਰੀਕ ਤੋਂ ਬਾਅਦ ਹੁਣ 20 ਤਰੀਕ, 1-2 ਦਿਨਾਂ ਦੇ ਵਿੱਚ ਕੱਲ 20 ਤਰੀਕ ਹੋ ਜਾਏਗੀ। ਉਸ 20 ਤਰੀਕ ਜਾਂ ਸਪਟੈਂਬਰ ਤੋਂ ਪਹਿਲੇ ਉਹਨਾਂ 18 ਪੁਆਇੰਟਸ ਦੇ ਵਿੱਚ ਸਰਕਾਰ ਦਾ ਐਕਸ਼ਨ ਦੇ ਵਿੱਚ ਨਜ਼ਰ ਆਉਣਾ ਆਪਣੇ ਆਪ ਵਿੱਚ ਇਹ ਗੱਲ ਇੰਡੀਕੇਟ ਕਰਦਾ ਹੈ ਕਿ ਫਾਰਮੈਲਿਟੀਆਂ ਕੰਪਲੀਟ ਹੋ ਰਹੀਆਂ। ਫਾਰਮੈਲਿਟੀਆਂ ਦੇ ਤੌਰ ਤੇ ਲੀਗਲ ਐਕਸ਼ਨ ਦੀ ਵੀ ਤਿਆਰੀਆਂ ਹੋ ਰਹੀਆਂ, ਤਾਂ ਕਿ ਅਸੀਂ ਭਾਵੇਂ ਉਹ ਹਾਈ ਕਮਾਂਡ ਨੂੰ, ਭਾਵੇਂ ਸਿੱਧੂ ਦੇ ਕ੍ਰਿਟਿਸਿਜ਼ਮ ਨੂੰ ਕੈਪਟਨ ਸਾਹਿਬ ਆਉਣ ਵਾਲੇ ਟਾਈਮ ਵਿੱਚ ਫੇਸ ਕਿੱਦਾਂ ਕਰਨਗੇ, ਉਹਦੇ ਵਾਸਤੇ ਇਹ ਕਾਗਜ਼ ਤਿਆਰ ਕੀਤੇ ਜਾ ਰਹੇ ਨੇ। ਇਹਨਾਂ ਕਾਗਜ਼ਾਂ ਦਾ, ਇਹਨਾਂ ਪਟੀਸ਼ਨਾਂ ਦਾ ਫੈਸਲਾ ਕਦੋਂ ਤੇ ਕੀ ਫੈਸਲਾ ਆਉਂਦਾ ਹੈ, ਇਹ ਆਉਣ ਵਾਲੇ ਟਾਈਮ ਵਿੱਚ ਦੇਖਣ ਨੂੰ ਮਿਲੇਗਾ। ਪਰ ਫਿਲਹਾਲ ਉਹਨਾਂ ਗੱਲਾਂ ਦੇ ਉੱਤੇ ਐਕਸ਼ਨ ਮੋਡ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। ਔਰ ਭਾਵੇਂ ਦੇਰ ਨਾਲ ਹੀ ਸਪੈਸ਼ਲ ਲੀਵ ਪਟੀਸ਼ਨ ਦਾਖਲ ਕੀਤੀ ਹੈ, ਪਰ ਹੁਣ ਉਸ ਸਪੈਸ਼ਲ ਲੀਵ ਪਟੀਸ਼ਨ ਨੂੰ ਦਾਖਲ ਕਰਨ ਦਾ ਫੈਸਲਾ ਕਰਨਾ, ਔਰ ਉਸ ਤੋਂ ਪਹਿਲੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਵੀ ਕਿਹਾ ਸੀਗਾ ਕਿ ਮੈਂ ਵੀ ਇਸ ਕੋਰਟ ਦੇ ਆਰਡਰ ਨੂੰ ਆਪਣੇ ਤੌਰ ਤੇ ਚੈਲੰਜ ਕਰੂੰਗਾ,
ਭਾਵੇਂ ਹਜੇ ਤੱਕ ਉਹਨਾਂ ਨੇ ਕੀਤਾ ਨਹੀਂ, ਪਰ ਨੌਕਰੀ ਛੱਡ ਕੇ ਉਹਨਾਂ ਨੇ ਇੱਕ ਪੋਲੀਟੀਕਲ ਪਾਰਟੀ ਦਾ ਦਾਮਨ ਫੜ ਲਿਆ। ਤੇ ਜਦ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਕੋਈ ਅਫਸਰ ਸ਼ਾਮਿਲ ਹੋ ਜਾਂਦਾ ਹੈ ਤੇ ਫਿਰ ਗੱਲ ਕਈ ਪਾਸੇ ਤੁਰਦੀ ਹੈ। ਆਪੋਜੀਸ਼ਨ ਪਾਰਟੀਜ਼ ਨੂੰ ਕਈ ਚੀਜ਼ਾਂ ਕਹਿਣ ਦੀ ਇੱਕ ਤਰੀਕੇ ਨਾਲ ਮੌਕਾ ਮਿਲ ਜਾਂਦਾ ਹੈ ਕਿ ਵੀ ਆਹ ਸਭ ਕੁਝ ਇਸ ਕਰਕੇ ਹੋਇਆ ਸੀ ਕਿ ਵੀ ਇਹਨਾਂ ਦਾ ਟੀਚਾ ਆਇਆ ਸੀਗਾ, ਜੋ ਗੱਲਾਂ ਹੋ ਵੀ ਨਹੀਂ ਹੈ। ਅੱਗੇ ਚੱਲ ਕੇ ਗੱਲ ਕਿਸ ਬੰਨੇ ਲੱਗਦੀ ਹੈ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਬਿਲਕੁਲ ਬਿਲਕੁਲ ਭਾਸਕਰ ਸਾਹਿਬ, ਪਰ ਇੱਕ ਪਹਿਲੂ ਬਹੁਤ ਅਹਿਮ ਆ। ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਉਸ ਜੱਜਮੈਂਟ ਦੇ ਵਿੱਚ ਕਾਫੀ ਕੁਝ ਐਸਾ ਹੈ ਜਿਹੜਾ ਉਹਨਾਂ ਦੇ ਅਕਸ ਨੂੰ, ਉਹਨਾਂ ਦੀ ਇਮੇਜ ਨੂੰ, ਉਹਨਾਂ ਦਾ ਜਿਹੜਾ ਹਰਫਨ ਮੌਲਾ ਜਾਂ ਇੱਕ ਕਿਰਦਾਰ ਸੀ ਪੁਲਿਸ ਵਿੱਚ, ਉਹਨੂੰ ਵੀ ਸੱਟ ਮਾਰਦਾ। ਸੋ ਕੁੰਵਰ ਵਿਜੇ ਪ੍ਰਤਾਪ ਇੱਕ ਵਕੀਲ ਨੇ, ਉਹਨਾਂ ਨੇ ਆਪਣੀ ਰਜਿਸਟ੍ਰੇਸ਼ਨ ਹਾਈ ਕੋਰਟ 'ਚ ਵੀ ਕਰਾਈ ਆ। ਉਹਨਾਂ ਦਾ ਇਹਨੂੰ ਚੈਲੰਜ ਕਰਨਾ ਬਣਦਾ ਸੀ ਵਿਅਕਤੀਗਤ ਤੌਰ ਤੇ, ਕਿਉਂਕਿ ਉਹਨਾਂ ਦੇ ਪੂਰੇ ਜੀਵਨ ਤੇ, ਪੁਲਿਸ ਜੀਵਨ ਤੇ ਹਰਫ ਹੈ। ਉਹ ਕਿਉਂ ਨਹੀਂ ਗਏ ਜਾਂ ਕਦੋਂ ਜਾਣਗੇ, ਔਰ ਇਹ ਕਿੰਨੀ ਸਮਾਂ ਸੀਮਾ ਹੁੰਦੀ ਹੈ, ਕਦੋਂ ਤੱਕ ਕੋਈ ਜਾ ਸਕਦਾ, ਇਹ ਤਾਂ ਕੋਈ ਕਾਨੂੰਨੀ ਨੁਕਤਾ ਨਿਗਾਹ ਤੋਂ ਜਾਣਕਾਰੀ ਦੱਸ ਸਕਦਾ। ਪਰ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਕੇਸ ਨੂੰ ਵੀ ਲੜਨਾ ਚਾਹੀਦਾ ਆਪਣੇ ਤੌਰ ਤੇ। ਦੂਜੇ ਬੰਨੇ ਪੰਜਾਬ ਸਰਕਾਰ ਦੀ ਜਿਹੜੀ ਕਿਰਕਰੀ ਹੋਈ ਆ ਸਮੇਤ ਸਿੰਘ ਸੈਣੀ ਦੇ ਮਾਮਲੇ 'ਚ, ਮੈਨੂੰ ਇੰਝ ਲੱਗਦਾ ਕਿ ਜੇ ਹੁਣ ਵੀ ਪੰਜਾਬ ਸਰਕਾਰ ਸੁਹਿਰਦ, ਉਹਦਾ ਲੀਗਲ ਡਿਪਾਰਟਮੈਂਟ ਅਜੇ ਵੀ ਕੋਈ ਆਪਣੀ ਇੱਜ਼ਤ ਮਾੜੀ ਮੋਟੀ ਬਚਾਉਣਾ ਚਾਹੁੰਦਾ ਹੈ, ਤਾਂ ਜਿੰਨੇ ਵੀ ਕੇਸ ਐਸੇ ਅਫਸਰਾਂ ਦੇ ਖਿਲਾਫ ਚੱਲ ਰਹੇ ਆ, ਉਹਨਾਂ ਨੂੰ ਡੇ ਬਾਈ ਡੇ ਦੇ ਆਧਾਰ ਤੇ ਪ੍ਰੋਸੀਡਿੰਗ 'ਚ ਲਿਆ ਕੇ ਤੇਜ਼ੀ ਨਾਲ ਅਦਾਲਤਾਂ ਨੂੰ ਬੇਨਤੀਆਂ ਕਰਕੇ ਉਹਨੂੰ ਅੱਗੇ ਵਧਾਉਣਾ ਚਾਹੀਦਾ। ਔਰ ਜਿਹੜੇ ਵੀ ਤੁਹਾਡੇ ਕੋਲ ਐਵੀਡੈਂਸ ਨੇ, ਜੋ ਵੀ ਤੁਸੀਂ ਜੋ ਕੁਝ ਵੀ ਹੈ, ਜਿੱਥੇ ਕਿਤੇ ਹਿਰਾਸਤੀ ਪੁੱਛਗਿੱਛ ਦੀ ਵੀ ਲੋੜ ਪੈਂਦੀ ਆ, ਕੋਰਟਾਂ 'ਚੋਂ ਤੁਸੀਂ ਉਹ ਵੀ ਆਰਡਰ ਲੈ ਸਕਦੇ ਹੋ ਜੇ ਤੁਹਾਡੇ 'ਚ ਦਮ ਹੈ, ਜੇ ਤੁਹਾਡੀ ਲੀਗਲ ਟੀਮ 'ਚ ਕੁਝ ਪੱਲੇ ਆ, ਜਾਂ ਤੁਸੀਂ ਜਿਹੜੇ ਲੱਗੇ ਹੋਏ ਦੋਸ਼ ਉਹਨਾਂ 'ਚ ਦਮ ਸਮਝਦੇ ਹੋ, ਤਾਂ ਕੋਈ ਵੀ ਅਦਾਲਤਾਂ ਦੇਰ ਤੱਕ ਕਿਸੇ ਨੂੰ ਬਿਨਾਂ ਕਾਰਨ ਰਾਹਤ ਨਹੀਂ ਦੇ ਸਕਦੀਆਂ। ਮੈਨੂੰ ਲੱਗਦਾ ਪੰਜਾਬ ਸਰਕਾਰ ਲਈ ਇਹ ਵੱਡਾ ਚੈਲੰਜ ਆ ਕਿ ਇਹਨਾਂ ਕੇਸਾਂ ਨੂੰ ਕਿਸੇ ਲੌਜੀਕਲ ਐਂਡ ਤੱਕ ਲੈ ਕੇ ਜਾਓ, ਕਿਸੇ ਸਿਰੇ ਤਾਂ ਲਾਓ, ਲੋਕਾਂ ਦਾ ਭਰੋਸਾ ਤਾਂ ਬਣੇ ਵਿਵਸਥਾ 'ਚ, ਸਿਸਟਮ ਦੇ ਵਿੱਚ ਲੋਕ ਆਪਣੇ ਆਪ ਨੂੰ ਇਹਦਾ ਟੂਲ ਆਪਣੇ ਆਪ ਨੂੰ ਸਮਝਣ, ਇਹਦਾ ਪੁਰਜਾ ਨਾ ਸਮਝਣ, ਇਹਦਾ ਹਿੱਸਾ ਬਣਨ। ਸੋ ਮੈਂ ਸਭ ਤੋਂ ਵੱਡਾ ਸਵਾਲ ਜਿਹੜਾ ਕਰਨਾ ਚਾਹੁੰਦਾ ਤੁਹਾਨੂੰ ਕਿ ਪੰਜਾਬ ਸਰਕਾਰ ਦੇ ਉੱਤੇ ਇਹਦਾ ਕੋਈ ਅਸਰ ਆਊਗਾ। ਸਮੇਤ ਸਿੰਘ ਸੈਣੀ ਅੱਜ ਬੇਸ਼ੱਕ ਕੋਈ ਰਾਹਤ ਲੈ ਜਾਣ, ਲੇਕਿਨ ਭਾਸਕਰ ਸਾਹਿਬ ਵਿਅਕਤੀਗਤ ਪਹਿਲੂ ਇੱਕ ਅਹਿਮ ਜਿਹੜਾ ਕਿਸੇ ਮਨੁੱਖ ਦਾ ਹੁੰਦਾ ਹੈ, ਪਰੇਸ਼ਾਨੀ ਤੇ ਪੀੜਾ ਉਹਨਾਂ ਨੂੰ ਬਹੁਤ ਹੰਢਾਉਣੀ ਪੈ ਰਹੀ ਹੋਊਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਅੱਜ ਜੇਕਰ ਉਹ ਗਿਲਟੀ ਨਹੀਂ ਤਾਂ ਉਹਨਾਂ ਨੂੰ ਅੱਗੇ ਹੋ ਕੇ ਕਹਿਣਾ ਚਾਹੀਦਾ ਕਿ ਮੈਂ ਗੁਨਾਹ ਨਹੀਂ ਕੀਤੇ ਜਾਂ ਜਿਹੜੀਆਂ ਉਹਨਾਂ ਤੇ ਦੋਸ਼ ਲੱਗ ਰਹੇ ਆ, ਲੇਕਿਨ ਅਦਰਵਾਈਜ਼ ਮੇਰਾ ਖਿਆਲ ਐਸੀ ਅਵਸਥਾ 'ਚ ਜੀਣਾ ਵੀ ਕਾਫੀ ਟਫ ਹੁੰਦਾ ਹੈ। ਕੀ ਕਹਿੰਦੇ ਹੋ? ਰੰਧਾਵਾ ਜੀ, ਵਿਜੀਲੈਂਸ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਹਮੇਸ਼ਾ ਤੋਂ ਸਸਪੀਸ਼ੀਅਸ ਰਹੀ ਹੈ। ਕਾਰਨ ਕੀ ਚੱਲਿਆ ਕਿ ਸੈਣੀ ਸਾਹਿਬ ਦਾ ਕੇਸ ਸੀਗਾ, ਉਹ ਸੈਣੀ ਉਹਨਾਂ ਕੱਲ ਜਾਂਦੇ ਨੇ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ, ਰਾਤੀ 8:15 ਵਜੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਜਾਂਦਾ ਹੈ, ਇੱਕ ਨਵੀਂ FIR ਦਰਜ ਕੀਤੀ ਜਾਂਦੀ ਹੈ। ਇਹ ਜੋ ਕੁਝ ਹੋ ਰਿਹਾ ਹੈ, ਇਹ ਬਹੁਤ ਸਾਰੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਪਹਿਲੇ ਵੀ ਹੋ ਚੁੱਕਿਆ ਹੈ। ਯਾਦ ਕਰੋ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਸਿਟੀ ਸੈਂਟਰ ਸਕੈਮ ਦਾ ਕੇਸ, ਉਹ ਵੀ ਵਿਜੀਲੈਂਸ ਡਿਪਾਰਟਮੈਂਟ ਨੇ ਕੀਤਾ ਸੀਗਾ, ਔਰ ਵਿਜੀਲੈਂਸ ਡਿਪਾਰਟਮੈਂਟ ਨੇ ਲੁਧਿਆਣਾ ਦੀ ਕੋਰਟ ਦੇ ਵਿੱਚ 1000 ਪੇਜ ਦੇ ਐਵੀਡੈਂਸਿਸ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉੱਥੇ ਜਮ੍ਹਾਂ ਕਰਾਏ ਸੀਗੇ। ਬਾਅਦ ਚੋਂ ਸਰਕਾਰ ਚੇਂਜ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਦੁਬਾਰਾ ਮੁੱਖ ਮੰਤਰੀ ਬਣਦੇ ਨੇ, ਫਿਰ ਉਹੀ ਵਿਜੀਲੈਂਸ ਡਿਪਾਰਟਮੈਂਟ ਇੱਕ ਚਿੱਠੀ ਲਿਖ ਕੇ ਇਹ ਗੱਲ ਉਸ ਕੇਸ ਨੂੰ ਵਿਡਰਾ ਕਰਨ ਦੀ ਗੱਲ ਕਰਦਾ ਹੈ, ਔਰ ਉਹਦੇ ਵਿੱਚ ਕੋਟਾ ਕਿਸੇ ਜਗ੍ਹਾ ਨਹੀਂ ਪੁੱਛਦੀ ਕਿ ਤੁਸੀਂ ਜਿਹੜੇ ਪਹਿਲੇ 1000 ਪੇਜ ਦੇ ਐਵੀਡੈਂਸਿਸ ਦਿੱਤੇ ਸੀਗੇ ਉਹ ਝੂਠੇ ਸੀਗੇ, ਔਰ ਅਗਰ ਉਹ ਕਿਉਂ ਝੂਠੇ ਸੀਗੇ, ਕਿੰਨੇ ਉਹ ਝੂਠੇ ਡਾਕੂਮੈਂਟ ਬਣਾਏ, ਇਸ ਗੱਲ ਦੇ ਉੱਤੇ ਕਿਸੇ ਜਗ੍ਹਾ ਨਹੀਂ ਚੱਲਦੀ। ਇਰੀਗੇਸ਼ਨ ਸਕੈਮ ਦੀ ਗੱਲ ਕਰੀਏ, ਇਰੀਗੇਸ਼ਨ ਸਕੈਮ ਦੇ ਵਿੱਚ ਇਹ ਤੇ ਆਉਂਦਾ ਹੈ ਕਿ ਵੀ ਫਲਾਣਾ ਠੇਕੇਦਾਰ ਫਲਾਣਾ ਹੈ, ਇਹਨਾਂ ਨੇ ਇੰਨੇ ਕਰੋੜ ਦਾ ਸਕੈਮ ਕੀਤਾ, ਔਰ ਨਾਲ ਦੇ ਨਾਲ ਵਿਜੀਲੈਂਸ ਦੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਬਿਨਾਂ ਅਫਸਰਾਂ ਦੀ ਮਿਲੀ ਭੁਗਤ ਨਾਲ, ਬਿਨਾਂ ਪੋਲੀਟੀਕਲ ਨੈਕਸਸ ਦੇ ਇਹ ਕੰਮ ਨਹੀਂ ਹੋ ਸਕਦੇ ਸੀ। ਪਰ ਗੱਲ 1 ਇੰਚ ਵੀ ਵਿਜੀਲੈਂਸ ਦੀ ਇਨਕੁਆਇਰੀ ਦੇ ਵਿੱਚ ਅੱਗੇ ਨਹੀਂ ਤੁਰਦੀ। ਤੇ ਵਿਜੀਲੈਂਸ ਡਿਪਾਰਟਮੈਂਟ ਕਦ ਕਿਹਦੇ ਖਿਲਾਫ ਕਿੰਨਾ ਕੁ ਐਕਸ਼ਨ ਲਏਗਾ ਔਰ ਕਦੋਂ ਪਲਟੀ ਮਾਰੇਗਾ, ਇਹਦੇ ਉੱਤੇ ਹਮੇਸ਼ਾ ਪ੍ਰਸ਼ਨ ਚਿੰਨ੍ਹ ਬਣੇ ਰਹਿੰਦੇ ਨੇ। ਕੋਰਟਾਂ ਦੇ ਵਿੱਚ ਪਲਟੀ ਮਾਰਨ ਵਾਸਤੇ ਇੱਕ ਸਕੋਪ ਜਿਹਾ ਛੱਡਿਆ ਜਾਂਦਾ ਹੈ, ਔਰ ਉਸ ਸਕੋਪ ਨੂੰ ਉਸ ਅਕਿਊਜ਼ ਨੂੰ ਪਤਾ ਹੁੰਦਾ ਵੀ ਕਿੱਥੇ ਗੱਲ ਖੁੱਲੀ ਛੱਡੀ ਹੋਈ ਹੈ, ਔਰ ਉਸ ਖੁੱਲੀ ਗੱਲ ਛੱਡਣ ਦਾ ਫੈਸਲਾ ਜਾਂ ਫਾਇਦਾ ਉਹ ਕੋਰਟਾਂ ਦੇ ਵਿੱਚ ਲੈ ਕੇ ਬਾਇਜ਼ਤ ਬਰੀ ਹੋ ਕੇ ਆ ਜਾਂਦੇ ਨੇ। ਔਰ ਬਹੁਤ ਸਾਰੇ ਕੇਸਾਂ ਦੇ ਵਿੱਚ ਇੱਦਾਂ ਦੀ ਗੱਲ ਹੋਈ ਹੈ ਜਿਹਦੇ ਵਿੱਚ ਪੁਲਿਸ ਮਹਿਕਮਾ ਜਾਂ ਵਿਜੀਲੈਂਸ ਡਿਪਾਰਟਮੈਂਟ ਕੁਝ ਲੂਪ ਹੋਲ ਜਾਣਬੁੱਝ ਕੇ ਛੱਡਦਾ ਹੈ, ਜਿਹਦਾ ਪੂਰੇ ਤਰੀਕੇ ਨਾਲ ਅਕਿਊਜ਼ ਨੂੰ ਪਤਾ ਹੁੰਦਾ ਹੈ, ਔਰ ਅਕਿਊਜ਼ ਉਹਨਾਂ ਗੱਲਾਂ ਦਾ ਫਾਇਦਾ ਲੈ ਕੇ ਉਹ, ਹੁਣ ਜਿੱਦਾਂ ਅੱਜ ਮੇਰੀ ਕਿਸੇ ਨਾਲ ਗੱਲ ਵੀ ਚੱਲ ਰਹੀ ਸੀ, ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ NDPS ਐਕਟ ਦੇ ਵਿੱਚ ਬੰਦੇ ਫੜੇ ਜਾਂਦੇ ਨੇ,
ਔਰ ਉਹਦੇ ਨਾਲ ਪੁਲਿਸ ਇਹ ਗੱਲ ਕਹਿੰਦੀ ਹੈ ਵੀ ਪਹਿਲੇ ਵੀ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਹੀ 10 ਕੇਸ ਦਰਜ ਸੀਗੇ। ਤੁਸੀਂ ਦੇਖੋ ਐਨਡੀਪੀਐਸ ਐਕਟ ਦੇ ਹਿਸਾਬ ਨਾਲ ਜ਼ਮਾਨਤ ਨਹੀਂ ਹੋ ਸਕਦੀ। ਜੇ ਕੋਈ ਰੰਗੇ ਹੱਥੋਂ ਫੜਿਆ ਔਰ ਉਹਦੇ ਕੋਲੋਂ ਨਸ਼ਾ ਬਿਲਕੁਲ ਓਰੀਜਨਲ ਮਾਤਰਾ ਦੇ ਵਿੱਚ ਫੜਿਆ ਗਿਆ ਔਰ ਉਹਦਾ 10 ਕੇਸਾਂ ਦੇ ਵਿੱਚ ਜ਼ਮਾਨਤ ਤੇ ਬਾਹਰ ਆਣਾ, ਉਹ ਆਪਣੇ ਆਪ ਵਿੱਚ ਬੜੀ ਅਜੀਬ ਜੀ ਗੱਲ ਲੱਗਦੀ ਹੈ। ਕਿਉਂਕਿ ਅਗਰ ਤੇ ਉਹਦੇ ਕੋਲੋਂ ਨਸ਼ਾ ਫੜਿਆ ਗਿਆ ਸੀਗਾ, ਉਹ ਵੀ ਚਿੱਟਾ ਜਾਂ ਉਹ ਵੀ ਹੀਰੋਇਨ, ਔਰ ਉਹਦੇ ਬਾਅਦ ਅਗਰ 11ਵੀਂ ਵਾਰ ਫੜੇ ਜਾਣ ਤੋਂ ਬਾਅਦ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਲਿਖੀ ਜਾਂਦੀ ਹੈ ਕਿ 10 ਐਨਡੀਪੀਐਸ ਦੇ ਕੇਸ ਉਹਦੇ ਖਿਲਾਫ ਹੋਰ ਰਜਿਸਟਰਡ ਨੇ। ਇਹਦੇ ਵਿੱਚ ਤੁਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ 10 ਕੇਸਾਂ ਦੇ ਵਿੱਚ ਅਗਰ ਉਹਦੀ ਕੋਈ ਜ਼ਮਾਨਤ ਹੋਈ ਹੈ, ਅਗਰ ਉਹ ਨਾ ਹੋਈ ਹੁੰਦੀ ਤੇ 11ਵੀਂ ਵਾਰ ਫੜੇ ਜਾਣ ਦੀ ਨੌਬਤ ਹੀ ਨਹੀਂ ਆਉਂਦੀ। ਕਿਉਂਕਿ ਬਹੁਤ ਵਾਰ ਇੱਦਾਂ ਦਾ ਹੁੰਦਾ ਹੈ ਕਿ ਵੀ ਜਿਹੜੀ ਚੀਜ਼, ਜਿਹੜੇ ਨਸ਼ੇ ਫੜੇ ਗਏ ਨੇ, ਉਹ ਲਾਸਟ ਵਿੱਚ ਲੈਬ ਵਿੱਚ ਜਾਂਦੇ ਹੁੰਦੇ ਆ ਤੇ ਉਹਦੇ ਵਿੱਚ ਉਹ ਪਾਊਡਰ ਪਾਇਆ ਜਾਂਦਾ ਹੈ। ਉਸ ਬਿਨਾਹ ਤੇ ਉਹ ਛੱਡੇ ਜਾਂਦੇ ਨੇ ਔਰ ਇਸ ਗੱਲ ਦਾ ਜ਼ਿਕਰ ਨਾ ਅਖਬਾਰਾਂ ਦੇ ਵਿੱਚ ਹੁੰਦਾ ਹੈ, ਨਾ ਪੁਲਿਸ ਦੀ ਫਾਈਲ ਦੇ ਵਿੱਚ ਹੁੰਦਾ ਹੈ। ਔਰ ਅਲਟੀਮੇਟਲੀ ਉਹੀ ਐਨਡੀਪੀਐਸ ਦਾ ਐਕਿਊਜ਼ ਦੁਬਾਰਾ ਉਸ ਧੰਦੇ ਦੇ ਵਿੱਚ ਸ਼ਾਮਿਲ ਹੋ ਕੇ ਉਹੀ ਕੰਮ ਦੁਬਾਰਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹਨੂੰ ਇਸ ਲੂਪ ਹੋਲ ਦਾ ਪਤਾ ਹੁੰਦਾ। ਜੀ ਭਾਸਕਰ ਸਾਹਿਬ, ਪੰਜਾਬ ਸਰਕਾਰ ਜਿਹੜੀ ਬੜੀ ਵਾਹ ਖੱਟ ਰਹੀ ਸੀਗੀ ਬੀਤੇ ਦੇਰ ਰਾਤ ਤੋਂ, ਤੇ ਅੱਜ ਮੇਰੇ ਖਿਆਲ ਉਹ ਖੁਮਾਰੀ, ਉਹ ਨਸ਼ਾ ਹਾਈ ਕੋਰਟ ਨੇ ਲਾਤਾ ਹੈ ਔਰ ਸੁਮੇਧ ਸਿੰਘ ਸੈਣੀ ਨੂੰ ਭਾਵੇਂ ਵਕਤੀ ਰਾਹਤ ਮਿਲ ਗਈ ਹੈ, ਲੇਕਿਨ ਇਹਦੇ ਨਾਲ ਪੰਜਾਬ ਸਰਕਾਰ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਸਰਕਾਰ ਨੂੰ ਲੋਕਾਂ ਦੇ ਸਾਹਮਣੇ ਆਪਣਾ ਸਾਫ਼ ਚਿਹਰਾ ਉਦੇਸ਼ ਦਿਖਾਉਣਾ ਪਊਗਾ, ਸ਼ੀਸ਼ੇ ਦੇ ਵਿੱਚ ਵੀ ਸਾਫ਼ ਹੋਣਾ ਚਾਹੀਦਾ, ਜਾਂ ਫਿਰ ਇਹ ਚਿਹਰੇ ਦੀ ਧੂੜ ਜਿਹੜੀ ਹੈ ਇਹਨੂੰ ਵੀ ਉਤਾਰਨਾ ਬਣਦਾ ਹੈ। ਖੈਰ, ਇਹ ਤੇ ਸਿਆਸਤ ਤਗੜੀ ਹੋਊਗੀ, ਵਿਦਿਨ ਦਾ ਪਾਰਟੀ ਵੀ ਹੋਊਗੀ, ਵਿਰੋਧੀ ਪਾਰਟੀ ਵੀ ਹਮਲੇ ਬੋਲਣਗੇ ਕਿ ਇਨ ਟਾਈਮ ਤੁਸੀਂ ਕੀ ਕਹਿੰਦੇ ਹੁੰਦੇ, ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ, ਤੁਸੀਂ ਜਦੋਂ ਸਭ ਹੋ ਜਾਂਦਾ, ਸੱਪ ਲੰਘ ਜਾਂਦਾ, ਫਿਰ ਤੁਸੀਂ ਕੁੰਜ ਕੁੱਟੀ ਜਾਂਦੇ ਹੋ, ਲੀ ਕੁੱਟੀ ਜਾਂਦੇ ਹੋ। ਸੋ ਮੈਂ ਸਭ ਤੋਂ ਅਹਿਮ ਸਵਾਲ ਇਸ ਵੇਲੇ ਦਾ ਇਹ ਰੱਖਣਾ ਚਾਹ ਰਿਹਾ ਕਿ ਪੰਜਾਬ ਸਰਕਾਰ ਸਮੇਂ ਸਿਰ ਕਾਰਵਾਈਆਂ ਕਰਨ 'ਚ ਨਾਕਾਮ ਰਹੀ, ਕਿੱਥੇ ਕਿੱਥੇ ਅਸਫਲਤਾਵਾਂ ਸਰਕਾਰ ਦੀਆਂ ਹੋਈਆਂ, ਇਹਦੇ ਉੱਤੇ ਲਗਾਤਾਰ ਗੱਲ ਹੁੰਦੀ ਰਹੂਗੀ। ਲੋਕ ਕਿਸੇ ਨੂੰ ਮਾਫ ਨਹੀਂ ਕਰਦੇ, ਸਾਹਮਣੇ ਉਹ ਮਾਰੋ ਮਾਰ ਕਰਦੀ ਇਲੈਕਸ਼ਨ ਚੜੀ ਆ ਰਹੀ ਹੈ। ਸੋ ਭਾਸਕਰ ਸਾਹਿਬ, ਬਾਕੀ ਮੁੱਦਿਆਂ ਤੇ ਅਸੀਂ ਮੁੜ ਕੇ ਗੱਲ ਕਰਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।